ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 ਮੁੰਡੇ ਨੂੰ ਪਤਾ ਲੱਗਾ ਕਿ ਇਸ ਸ਼ਿਖਰ ਦੀ ਖੋਜ ਦੇ ਤਰਲ ਹਿੱਸੇ ਨੂੰ ਜੀਵਨ ਅੰਮ੍ਰਿਤ ਕਿਹਾ ਜਾਂਦਾ ਸੀ ਅਤੇ ਇਸ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਸੀ। ਇਸ ਨਾਲ ਧਾਤ ਸਾਜ ਬੁੱਢਾ ਵੀ ਨਹੀਂ ਸੀ ਹੁੰਦਾ। ਦੂਜੇ ਪਾਸੇ ਠੋਸ ਭਾਗ ਨੂੰ ਪਾਰਸਮਣੀ ਕਿਹਾ ਜਾਂਦਾ ਸੀ। ਅੰਗਰੇਜ਼ ਕਹਿਣ ਲੱਗਾ, ਪਾਰਸਮਣੀ ਨੂੰ ਲੱਭਣਾ ਸੌਖਾ ਨਹੀਂ। ਧਾਤ ਸਾਜਾਂ ਨੇ ਆਪੋ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਕਈ ਸਾਲ ਬਿਤਾਏ ਅਤੇ ਧਾਤਾਂ ਨੂੰ ਸ਼ੁੱਧ ਕਰਨ ਵਾਲੀ ਅੱਗ ਦੀ ਨਿਗਰਾਨੀ ਕਰਦੇ ਰਹੇ। ਉਹਨਾਂ ਅੱਗ ਦੇ ਨੇੜੇ ਬੈਠ ਕੇ ਇੰਨਾ ਸਮਾਂ ਬਿਤਾਇਆ ਕਿ ਹੌਲੀ-ਹੌਲੀ ਉਹਨਾਂ ਸੰਸਾਰ ਵਿੱਚ ਪਾਏ ਜਾਂਦੇ ਹੰਕਾਰ ਤਿਆਗ ਦਿੱਤੇ। ਉਹਨਾਂ ਮਹਿਸੂਸ ਕੀਤਾ ਕਿ ਧਾਤਾਂ ਦੀ ਸ਼ੁੱਧਤਾ ਕਰਦੇ ਹੋਏ ਉਹਨਾਂ ਦੇ ਆਪਣੇ ਅੰਦਰ ਸ਼ੁੱਧ ਹੋ ਗਏ ਹਨ। ਮੁੰਡੇ ਨੇ ਸ਼ੀਸ਼ੇ ਦੇ ਸਮਾਨ ਦੇ ਵਪਾਰੀ ਬਾਰੇ ਸੋਚਿਆ। ਉਸਨੇ ਕਿਹਾ ਸੀ ਕਿ ਮੁੰਡੇ ਵੱਲੋਂ ਸ਼ੀਸ਼ੇ ਦਾ ਸਮਾਨ ਪੂਜਣਾ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਉਸਦੇ ਅੰਦਰੋਂ ਨਾਪੱਖੀ ਵਿਚਾਰਾਂ ਖਤਮ ਹੋ ਜਾਣਗੀਆਂ। ਮੁੰਡਾ ਦਿਨੋਂ ਦਿਨ ਇਹ ਮਹਿਸੂਸ ਕਰਦਾ ਜਾ ਰਿਹਾ ਸੀ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਧਾਤ ਸਾਜੀ ਸਿੱਖੀ ਜਾ ਸਕਦੀ ਹੈ। ਅੰਗਰੇਜ਼ ਨੇ ਕਿਹਾ, ਨਾਲ ਦੀ ਨਾਲ ਪਾਰਸਮਨੀ ਵਿੱਚ ਇੱਕ ਬੜੀ ਵੱਡੀ ਤਾਕਤ ਵੀ ਹੈ। ਇਸ ਪੱਥਰ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਧਾਤ ਦੇ ਇੱਕ ਵੱਡੇ ਟੁਕੜੇ ਨੂੰ ਸੋਨੇ ਵਿੱਚ ਬਦਲ ਸਕਦਾ ਹੈ। ਇਹ ਸੁਣਨ ਤੋਂ ਬਾਅਦ ਮੁੰਡੇ ਦੀ ਧਾਤ ਸਾਜੀ ਵਿੱਚ ਦਿਲਚਸਪੀ ਹੋਰ ਵੀ ਵੱਧ ਗਈ। ਉਸਨੇ ਸੋਚਿਆ ਕਿ ਜੇ ਉਸਨੇ ਕੁਝ ਸਬਰ ਰੱਖਿਆ ਤਾਂ ਉਹ ਹਰੇਕ ਚੀਜ਼ ਨੂੰ ਹੀ ਸੋਨੇ ਵਿੱਚ ਬਦਲਣ ਸਕਣ ਦੇ ਯੋਗ ਹੋ ਸਕੇਗਾ। ਉਸਨੇ ਉਹਨਾਂ ਲੋਕਾਂ ਦੀਆਂ ਜੀਵਨੀਆਂ ਪੜ੍ਹੀਆਂ ਜਿਹੜੇ ਅਜਿਹਾ ਕਰਨ ਵਿੱਚ ਸਫਲ ਹੋਏ ਸਨ, ਜਿਵੇਂ ਕਿ ਹਲਵੀਟੀਅਸ, ਇਲਿਆਸ, ਇਲਕਾਨੇਲੀ ਅਤੇ ਗੀਬਰ। ਇਹ ਕਹਾਣੀਆਂ ਸੱਚਮੁੱਚ ਹੀ ਬਹੁਤ ਦਿਲਚਸਪ ਸਨ। ਇਹਨਾਂ ਸਭ ਨੇ ਹੀ ਅੰਤ ਤੱਕ ਆਪੋ ਆਪਣੀ ਹੋਣੀ ਨੂੰ ਜੀਵਿਆ ਸੀ। ਉਹਨਾਂ ਯਾਤਰਾ ਕੀਤੀ ਸੀ, ਸਿਆਣੇ ਲੋਕਾਂ ਨਾਲ ਗੱਲਾਂ ਕੀਤੀਆਂ, ਅਣਜਾਣ ਲੋਕਾਂ ਲਈ ਕਰਮਾਤਾ ਕੀਤੀਆਂ ਅਤੇ ਉਹਨਾਂ ਕੋਲ ਪਾਰਸਮਣੀ ਅਤੇ ਜੀਵਨ ਅੰਮ੍ਰਿਤ ਵੀ ਸਨ। ਪਰ ਜਦੋਂ ਮੁੰਡੇ ਨੇ ਜਾਣਨਾ ਚਾਹਿਆ ਕਿ ਇਸ ਸਿਖਰ ਤੱਕ ਕਿਵੇਂ ਪਹੁੰਚਿਆ ਜਾਵੇ ਤਾਂ ਉਸਨੂੰ ਪੂਰਾ ਸਮਝ ਨਾ ਆਈ। ਇਸ ਮਾਮਲੇ ਵਿੱਚ ਤਾਂ ਸਿਰਫ ਖਾਕੇ ਕੋਡ ਵਿੱਚ ਲਿਖੀਆਂ ਹੋਈਆਂ ਹਦਾਇਤਾਂ ਅਤੇ ਅਸਪਸ਼ਟ ਲਿਖਤਾਂ ਸਨ। ਇਹਨਾਂ ਲੋਕਾਂ ਨੇ ਇਹ ਸਾਰਾ ਮਾਮਲਾ ਇੰਨਾ ਗੁੰਝਲਦਾਰ ਕਿਉਂ ਬਣਾ ਦਿੱਤਾ ਹੈ? ਉਸਨੇ ਇੱਕ ਰਾਤ ਅੰਗਰੇਜ਼ ਕੋਲੋਂ ਪੁੱਛਿਆ। ਮੁੰਡੇ ਨੇ ਮਹਿਸੂਸ ਕੀਤਾ ਕਿ ਅੰਗਰੇਜ਼ ਅੱਜ ਕੱਲ੍ਹ ਖਿਝਿਆ ਰਹਿਣ ਲੱਗ ਪਿਆ ਸੀ ਅਤੇ ਕਿਤਾਬਾਂ ਨਾ ਪੜ੍ਹਨ ਕਾਰਨ ਦੁਖੀ ਸੀ। ਉਸ ਜਵਾਬ ਦਿੱਤਾ, ਤਾਂ ਕਿ ਜਿਨ੍ਹਾਂ ਲੋਕਾਂ ਸਿਰ ਇਹਨਾਂ ਨੂੰ ਸਮਝਣ ਦੀ ਜ਼ਿੰਮੇਵਾਰੀ ਹੈ ਉਹ ਸਮਝ ਸਕਣ। ਸੋਚ ਕੇ ਜੇਕਰ ਹੋਰ ਕੋਈ ਹੀ ਧਾਤ ਨੂੰ ਸੋਨੇ ਵਿੱਚ ਬਦਲਣ ਲੱਗ ਪਵੇ ਤਾਂ ਸੋਨੇ ਦੀ ਕੀਮਤ ਕੀ ਰਹਿ ਜਾਏਗੀ? ਸਿਰਫ ਉਹੀ ਲੋਕ ਜਿਹੜੇ ਲਗਾਤਾਰ ਯਤਨ ਕਰਦੇ ਹਨ ਅਤੇ ਜਿਹੜੇ ਡੂੰਘਾ ਅਧਿਐਨ ਕਰਦੇ ਹਨ ਹੀ ਇਹ ਪ੍ਰਾਪਤੀ ਕਰ ਸਕਦੇ ਹਨ। ਇਸੇ ਕਾਰਨ ਹੀ ਤਾਂ ਮੈਂ ਇਹਨਾਂ ਮਾਰੂਥਲਾਂ ਦੇ ਵਿਚਕਾਰ ਆਇਆ ਹਾਂ। ਮੈਂ ਇੱਕ ਸੱਚੇ ਧਾਤ ਸਾਜ ਦੀ ਖੋਜ ਕਰ ਰਿਹਾ ਹਾਂ ਜਿਹੜਾ ਮੈਨੂੰ ਇਹਨਾਂ ਕਿਤਾਬਾਂ ਦੀ ਸਮਝਣ ਵਿੱਚ ਮਦਦ ਕਰੇਗਾ। ਮੁੰਡੇ ਨੇ ਪੁੱਛਿਆ, ਇਹ ਕਿਤਾਬਾਂ ਕਦੋਂ ਲਿਖੀਆਂ ਗਈਆਂ ਸਨ? ਕਈ ਸਦੀਆਂ ਪਹਿਲਾਂ। ਮੁੰਡੇ ਨੇ ਦਲੀਲ ਦਿੱਤੀ, ਉਹਨਾਂ ਦਿਨਾਂ ਵਿੱਚ ਤਾਂ ਛਪਾਈ ਦੀ ਮਸ਼ੀਨ ਨਹੀਂ ਸੀ ਹੁੰਦੀ। ਹਰ ਕੋਈ ਧਾਤ ਸਾਜੀ ਬਾਰੇ ਜਾਣ ਵੀ ਨਹੀਂ ਸਕਦਾ। ਪਰ ਉਹਨਾਂ ਨੇ ਇਸ ਤਰ੍ਹਾਂ ਦੀ ਅਜੀਬ ਭਾਸ਼ਾ ਅਤੇ ਇੰਨੇ ਸਾਰੇ ਖਾਕੇ ਕਿਉਂ ਦਰਜ ਕੀਤੇ? ਅੰਗਰੇਜ਼ ਨੇ ਇਸ ਸਵਾਲ ਦਾ ਜਵਾਬ ਸਿੱਧਾ ਨਾ ਦਿੱਤਾ। ਉਸ ਕਿਹਾ, ਪਿਛਲੇ ਕੁਝ ਦਿਨਾਂ ਤੋਂ ਉਹ ਇਸ ਗੱਲ ਵੱਲ ਧਿਆਨ ਦੇ ਰਿਹਾ ਸੀ ਕਿ ਕਾਫਲਾ ਕਿਵੇਂ ਚੱਲਦਾ ਹੈ, ਪਰ ਉਸਨੇ ਕੁਝ ਵੀ ਨਵਾਂ ਨਹੀਂ ਸੀ ਸਿੱਖਿਆ। ਉਸਨੇ ਸਿਰਫ ਇੱਕੋ ਗੱਲ ਵੱਲ ਹੀ ਧਿਆਨ ਦਿੱਤਾ ਸੀ ਕਿ ਲੜਾਈ ਦੀਆਂ ਗੱਲਾਂ ਪਹਿਲਾਂ ਨਾਲੋਂ ਵਧੇਰੇ ਹੋਣ ਲੱਗੀਆਂ ਸਨ। ਇੱਕ ਦਿਨ ਮੁੰਡੇ ਨੇ ਕਿਤਾਬਾਂ ਅੰਗਰੇਜ਼ ਨੂੰ ਵਾਪਸ ਕਰ ਦਿੱਤੀਆਂ। ਅੰਗਰੇਜ਼ ਨੇ ਉਤਸੁਕਤਾ ਨਾਲ ਪੁੱਛਿਆ, ਕੀ ਤੂੰ ਇਹਨਾਂ ਤੋਂ ਕੁਝ ਸਿੱਖਿਆ ਹੈ? ਉਹ ਚਾਹੁੰਦਾ ਸੀ ਕਿ ਕਿਸੇ ਨਾਲ ਗੱਲਾਂ ਕਰੇ ਤਾਂ ਕਿ ਜੰਗ ਦੀਆਂ ਸੰਭਾਵਨਾ ਬਾਰੇ ਸੋਚਾਂ ਤੋਂ ਬਚ ਸਕੇ। ਮੈਂ ਸਿੱਖਿਆ ਹੈ ਕਿ ਸੰਸਾਰ ਦੀ ਇੱਕ ਆਤਮਾ ਹੈ ਅਤੇ ਕਿ ਜਿਹੜਾ ਵੀ ਇਸ ਆਤਮਾ ਨੂੰ ਸਮਝ ਲੈਂਦਾ ਹੈ ਉਹ ਚੀਜ਼ਾਂ ਦੀ ਭਾਸ਼ਾ ਨੂੰ ਵੀ ਸਮਝ ਸਕਦਾ ਹੈ। ਮੈਂ ਸਿੱਖਿਆ ਹੈ ਕਿ ਬਹੁਤ ਸਾਰੇ ਧਾਤ ਸਾਜਾਂ ਨੇ ਆਪਣੀਆਂ ਹੋਣੀਆਂ ਨੂੰ ਪ੍ਰਾਪਤ ਕੀਤਾ ਹੈ ਅਤੇ ਆਖਿਰਕਾਰ ਉਹਨਾਂ ਸੰਸਾਰ ਦੀ ਆਤਮਾ, ਪਾਰਸਮਨੀ ਅਤੇ ਜੀਵਨ ਅੰਮ੍ਰਿਤ ਨੂੰ ਲੱਭ ਲਿਆ। ਪਰ ਸਭ ਤੋਂ ਵੱਧ ਮੈਂ ਇਹ ਸਿੱਖਿਆ ਹੈ ਕਿ ਸਾਰਾ ਕੁਝ ਇੰਨਾ ਸਾਦਾ ਹੈ ਕਿ ਇਸਨੂੰ ਇੱਕ ਪੰਨੇ ਦੀ ਟਿੱਕੀ ਤੇ ਲਿਖਿਆ ਜਾ ਸਕਦਾ ਹੈ। ਅੰਗਰੇਜ਼ ਨਿਰਾਸ਼ ਹੋ ਗਿਆ। ਕਈ ਸਾਲਾਂ ਦੀ ਖੋਜ, ਜਾਦੂਈ ਖਾਕੇ, ਅਜੀਬ ਕਿਸਮ ਦੇ ਸ਼ਬਦ ਅਤੇ ਪ੍ਰਯੋਗਸ਼ਾਲਾ ਦਾ ਸਾਜ ਸਮਾਨ, ਇਸ ਸਭ ਕਾਸੇ ਵਿੱਚੋਂ ਕਿਸੇ ਨੇ ਵੀ ਮੁੰਡੇ ਨੂੰ ਪ੍ਰਭਾਵਿਤ ਨਹੀਂ ਸੀ ਕੀਤਾ। ਉਸਨੇ ਸੋਚਿਆ ਕਿ ਮੁੰਡੇ ਦੀ ਆਤਮਾ ਬਹੁਤ ਹੀ ਪੁਰਾਤਨ ਹੋਵੇਗੀ ਅਤੇ ਇਸ ਕਾਰਨ ਹੀ ਇਹ ਇਹਨਾਂ ਗੱਲਾਂ ਨੂੰ ਨਹੀਂ ਸਮਝ ਪਾ ਰਹੀ। ਉਸਨੇ ਆਪਣੀਆਂ ਕਿਤਾਬਾਂ ਲਈਆਂ ਅਤੇ ਇਹਨਾਂ ਨੂੰ ਫਿਰ ਆਪਣੇ ਟਰੰਕਾਂ ਵਿੱਚ ਪਾ ਲਿਆ। ਉਸ ਕਿਹਾ, ਜਾ ਕੇ ਮੁੜ ਕਾਫਲੇ ਨੂੰ ਦੇਖਣਾ ਸ਼ੁਰੂ ਕਰ। ਮੈਨੂੰ ਵੀ ਇਸਨੇ ਕੁਝ ਨਹੀਂ ਸਿਖਾਇਆ। ਮੁੰਡਾ ਇਸ ਤੋਂ ਬਾਅਦ ਫਿਰ ਮਾਰੂਥਲ ਦੀ ਚੁੱਪ ਅਤੇ ਜਾਨਵਰਾਂ ਵੱਲੋਂ ਉਡਾਈ ਗਈ ਧੂੜ ਬਾਰੇ ਸੋਚਣ ਲੱਗ ਪਿਆ। ਉਸਨੇ ਆਪਣੇ ਆਪ ਨੂੰ ਕਿਹਾ, ਹਰੇਕ ਬੰਦੇ ਦਾ ਸਿੱਖਣ ਦਾ ਤਰੀਕਾ ਆਪੋ ਆਪਣਾ ਹੈ। ਮੇਰਾ ਤਰੀਕਾ ਉਸ ਵਾਲਾ ਨਹੀਂ ਹੈ ਅਤੇ ਉਸਦਾ ਮੇਰੇ ਵਾਲਾ ਨਹੀਂ। ਪਰ ਅਸੀਂ ਦੋਵੇਂ ਹੀ ਆਪੋ ਆਪਣੀਆਂ ਹੋਣੀਆਂ ਦੀ ਭਾਲ ਕਰਨ ਲੱਗੇ ਹੋਏ ਹਾਂ ਅਤੇ ਇਸ ਲਈ ਹੀ ਮੈਂ ਉਸਦਾ ਸਤਿਕਾਰ ਕਰਦਾ ਹਾਂ। ਕਾਫਲਾ ਦਿਨ ਰਾਤ ਚੱਲਣ ਲੱਗਾ। ਨਕਾਬਪੋਸ਼ ਅਰਬੀ ਸੈਨਿਕ ਪਹਿਲਾਂ ਨਾਲੋਂ ਬਹੁਤ
ਵਾਰ ਦਿਖਾਈ ਦੇਣ ਲੱਗੇ ਅਤੇ ਊਠ ਵਾਲਾ, ਜਿਹੜਾ ਕਿ ਹੁਣ ਤੱਕ ਮੁੰਡੇ ਦਾ ਚੰਗਾ ਦੋਸਤ ਬਣ ਗਿਆ ਸੀ, ਦੱਸਣ ਲੱਗਾ ਕਿ ਕਬੀਲਿਆਂ ਵਿਚਾਲੇ ਲੜਾਈ ਸ਼ੁਰੂ ਵੀ ਹੋ ਚੁੱਕੀ ਹੈ। ਕਾਫਲਾ ਖੁਸ਼ਕਿਸਮਤ ਹੋਏਗਾ ਕਿ ਇਹ ਸਹੀ ਸਲਾਮਤ ਨਖਲਿਸਤਾਨ ਵਿਖੇ ਪਹੁੰਚ ਸਕੇ। ਜਾਨਵਰ ਥੱਕ ਗਏ ਸਨ ਅਤੇ ਬੰਦੇ ਆਪਸ ਵਿੱਚ ਘੱਟ ਤੋਂ ਘੱਟ ਗੱਲਾਂ ਕਰਦੇ ਸਨ। ਚੁੱਪ ਰਾਤ ਨੂੰ ਸਭ ਤੋਂ ਵੱਧ ਅਖਰਦੀ ਸੀ। ਜਦੋਂ ਕਿ ਕਿਸੇ ਊਠ ਦੀ ਮਾੜੀ ਜਿਹੀ ਹੁੰਕਾਰ, ਜਿਹੜੀ ਪਹਿਲਾਂ ਸਿਰਫ ਊਠ ਦੀ ਹੁੰਕਾਰ ਮਾਤਰ ਹੀ ਹੁੰਦੀ ਸੀ, ਵੀ ਹਰ ਇੱਕ ਨੂੰ ਡਰਾ ਦਿੰਦੀ ਸੀ ਅਤੇ ਲੱਗਦਾ ਸੀ ਕਿ ਇਹ ਖਤਰੇ ਦਾ ਸੰਕੇਤ ਤਾਂ ਨਹੀਂ। ਪਰ ਊਠ ਵਾਲਾ ਲੜਾਈ ਦੇ ਖਤਰੇ ਤੋਂ ਬਹੁਤਾ ਚਿੰਤਿਤ ਨਹੀਂ ਸੀ ਲੱਗਦਾ। ਇੱਕ ਦਿਨ ਉਹ ਮੱਸਿਆ ਦੀ ਰਾਤ ਨੂੰ ਬਿਨਾਂ ਅੱਗ ਵਾਲੀਆਂ ਖੰਜੂਰਾਂ ਖਾ ਰਹੇ ਸਨ ਕਿ ਊਠ ਵਾਲੇ ਨੇ ਮੁੰਡੇ ਨੂੰ ਕਿਹਾ, ਮੈਂ ਜਾਂਦਾ ਹਾਂ। ਜਦ ਮੈਂ ਖਾ ਰਿਹਾ ਹੁੰਦਾ ਹਾਂ ਤਾਂ ਮੈਂ ਸਿਰਫ ਇਸ ਦੇ ਬਾਰੇ ਸੋਚਦਾ ਹਾਂ। ਜੇ ਮੈਂ ਤੁਰ ਰਿਹਾ ਹੋਵਾਂ ਤਾਂ ਮੈਂ ਸਿਰਫ ਤੁਰਨ ਵੱਲ ਹੀ ਧਿਆਨ ਦਿੰਦਾ ਹਾਂ। ਜੇ ਮੈਨੂੰ ਲੜਨਾ ਪੈ ਜਾਵੇ ਤੇ ਕਿਸੇ ਦਿਨ ਮਰਨਾ ਵੀ ਪੈ ਜਾਵੇ, ਮੈਨੂੰ ਕਿਸੇ ਵੀ ਹੋਰ ਦਿਨ ਦੇ ਮਰਨ ਦੇ ਬਰਾਬਰ ਹੀ ਲੱਗੇਗਾ। ਇਸ ਦਾ ਕਾਰਨ ਇਹ ਹੈ ਕਿ ਮੈਂ ਨਾ ਆਪਣੇ ਭੂਤਕਾਲ ਵਿੱਚ ਜਿਉਂਦਾ ਹਾਂ ਅਤੇ ਨਾ ਹੀ ਭਵਿੱਖ ਵਿੱਚ। ਮੇਰੀ ਦਿਲਚਸਪੀ ਸਿਰਫ ਵਰਤਮਾਨ ਵਿੱਚ ਹੈ। ਜੇ ਤੂੰ ਹਰ ਵੇਲੇ ਵਰਤਮਾਨ ਵੱਲ ਧਿਆਨ ਦੇ ਸਕੇ ਤਾਂ ਤੂੰ ਬੜਾ ਖੁਸ਼ ਰਹੇਗਾ। ਤੂੰ ਦੇਖੇਗਾ ਕਿ ਮਾਰੂਥਲ ਵਿੱਚ ਵੀ ਜ਼ਿੰਦਗੀ ਧੜਕਦੀ ਹੈ, ਕਿ ਇੱਥੇ ਵੀ ਤਾਰੇ ਤੇ ਸਵਰਗ ਹੈ ਅਤੇ ਕਬੀਲੇ ਇਸ ਲਈ ਲੜਦੇ ਹਨ ਕਿਉਂਕਿ ਉਹ ਵੀ ਮਨੁੱਖੀ ਨਸਲ ਦਾ ਹੀ ਹਿੱਸਾ ਹਨ। ਜ਼ਿੰਦਗੀ ਤੇਰੇ ਲਈ ਇੱਕ ਵੱਡਾ ਮੇਲਾ ਜੋ ਤਫਰੀਹ ਹੋਣੀ ਚਾਹੀਦੀ ਹੈ, ਕਿਉਂਕਿ ਜ਼ਿੰਦਗੀ ਉਹੀ ਪਲ ਹੈ ਜਿਹੜੀ ਇਸ ਵੇਲੇ ਅਸੀਂ ਜੀ ਰਹੇ ਹਾਂ। 2 ਰਾਤਾਂ ਮਗਰੋਂ ਜਦੋਂ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੁੰਡੇ ਨੇ ਉਸ ਤਾਰੇ ਵੱਲ ਵੇਖਿਆ ਜਿਸਦੀ ਸੇਧ ਵੱਲ ਉਹ ਹਰ ਰਾਤ ਦੇਖਦੇ ਹਨ। ਉਸਨੇ ਮਹਿਸੂਸ ਕੀਤਾ ਕਿ ਦਿਸ ਦਾ ਆਮ ਨਾਲੋਂ ਕੁਝ ਨੀਵਾਂ ਦਿਖਾਈ ਦਿੰਦਾ ਸੀ, ਕਿਉਂਕਿ ਉਹ ਖੁਦ ਮਾਰੂਥਲ ਵਿੱਚ ਵੀ ਤਾਰੇ ਦੇਖਦਾ ਮਹਿਸੂਸ ਕਰ ਰਿਹਾ ਸੀ। ਇਹ ਨਖਲਿਸਤਾਨ ਹੈ, ਊਠ ਵਾਲੇ ਨੇ ਕਿਹਾ। ਮੁੰਡਾ ਪੁੱਛਣ ਲੱਗਾ, ਤਾਂ ਫਿਰ ਅਸੀਂ ਹੁਣੇ ਹੀ ਉੱਥੇ ਕਿਉਂ ਨਹੀਂ ਚਲੇ ਜਾਂਦੇ? ਕਿਉਂਕਿ ਅਸਾਂ ਹੁਣ ਸੌਣਾ ਹੈ। ਸੂਰਜ ਚੜ੍ਹਦੇ ਸਾਰ ਹੀ ਮੁੰਡਾ ਜਾਗ ਪਿਆ। ਕੱਲ ਰਾਤ ਜਿੱਥੇ ਉਸਦੀਆਂ ਨਜ਼ਰਾਂ ਦੇ ਸਾਹਮਣੇ ਨਿੱਕੇ ਨਿੱਕੇ ਤਾਰੇ ਸਨ, ਉੱਥੇ ਅਣਗਿਣਤ ਖਜੂਰ ਦੇ ਦਰਖਤ ਦਿਖਾਈ ਦਿੰਦੇ ਸਨ ਜਿਹੜੇ ਸਮੁੱਚੇ ਮਾਰੂਥਲ ਵਿੱਚ ਫੈਲੇ ਹੋਏ ਸਨ। ਅੰਗਰੇਜ਼ ਪਹਿਲਾਂ ਹੀ ਜਾਗ ਚੁੱਕਾ ਸੀ ਅਤੇ ਕਹਿਣ ਲੱਗਾ, ਅਸੀਂ ਪਹੁੰਚ ਗਏ ਹਾਂ। ਮੁੰਡਾ ਚੁੱਪ ਰਿਹਾ। ਉਸਨੂੰ ਮਾਰੂਥਲ ਦੀ ਚੁੱਪ ਚੰਗੀ ਲੱਗਦੀ ਸੀ ਅਤੇ ਉਹ ਦਰਖਤਾਂ ਨੂੰ ਦੇਖ ਕੇ ਬਹੁਤ ਹੀ ਖੁਸ਼ ਸੀ। ਹਾਲੇ ਉਸਨੇ ਲੰਮਾ ਸਫ਼ਰ ਕਰਕੇ ਪਿਰਾਮਿਡਾਂ ਤੱਕ ਪਹੁੰਚਣਾ ਸੀ ਅਤੇ ਕੋਈ ਦਿਨ ਐਸਾ ਵੀ ਆਏਗਾ ਜਿਸ ਦਿਨ ਅੱਜ ਵਾਲੀ ਸਵੇਰ ਸਿਰਫ ਇੱਕ ਯਾਦ ਮਾਤਰ ਰਹਿ ਜਾਏਗੀ। ਪਰ ਇਸ ਵੇਲੇ ਵਰਤਮਾਨ ਦੀ ਘੜੀ ਸੀ ਅਤੇ ਜਿਵੇਂ ਕਿ ਊਠ ਵਾਲੇ ਨੇ ਕਿਹਾ ਸੀ ਕਿ ਉਹ ਚਾਹੁੰਦਾ ਸੀ ਕਿ ਉਹ ਇਸ ਨੂੰ ਉਸੇ ਤਰ੍ਹਾਂ ਹੀ ਜੀਵੇ ਜਿਸ ਤਰ੍ਹਾਂ ਉਸਨੇ ਬੀਤੇ ਦੇ ਸਬਕ ਜੀਵੇ ਸਨ ਅਤੇ ਭਵਿੱਖ ਦੇ ਸੁਪਨੇ। ਭਾਵੇਂ ਇੱਕ ਦਿਨ ਖਜੂਰ ਦੇ ਇਹਨਾਂ ਦਰਖਤਾਂ ਦਾ ਦ੍ਰਿਸ਼ ਸਿਰਫ ਇਸ ਦੀ ਮਹੱਤਤਾ ਛਾਂ ਪਾਣੀ ਅਤੇ ਜੰਗ ਤੋਂ ਬਚਾਅ ਹੈ। ਕੱਲ ਰਾਤ ਉੱਠਦੀ ਹੁੰਗਾਰ ਖਤਰੇ ਦਾ ਸੰਕੇਤ ਸੀ ਅਤੇ ਹੁਣ ਖਜੂਰਾਂ ਦੀ ਕਤਾਰ ਇੱਕ ਕਰਮਾਤ ਦੀ ਸ਼ੁਰੂਆਤ ਹੋ ਸਕਦੀ ਹੈ। ਇਹਨੇ ਸੋਚਿਆ ਕਿ ਸੰਸਾਰ ਬਹੁਤ ਸਾਰੀਆਂ ਭਾਸ਼ਾਵਾਂ ਬੋਲਦਾ ਹੈ। ਨਖਲਿਸਤਾਨ ਵੱਲ ਨੂੰ ਆਉਂਦੇ ਸੈਂਕੜੇ ਹੀ ਲੋਕਾਂ ਅਤੇ ਜਾਨਵਰਾਂ ਨੂੰ ਦੇਖਦੇ ਹੋਏ ਤਾਤਸਾਜ ਨੇ ਸੋਚਿਆ ਕਿ ਸਮਾਂ ਤੇਜ਼ੀ ਨਾਲ ਬੀਤਦਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਕਾਫਲੇ ਵੀ। ਲੋਕ ਨਵੇਂ ਆਉਣ ਵਾਲਿਆਂ ਨਾਲ ਚੀਕ ਚੀਕ ਕੇ ਗੱਲਾਂ ਕਰ ਰਹੇ ਸਨ। ਧੂੜ ਨਾਲ ਮਾਰੂਥਲ ਦੇ ਸੂਰਜ ਦੀ ਚਮਕ ਧੁੰਦਲੀ ਪੈ ਗਈ ਸੀ ਅਤੇ ਨਖਲਿਸਤਾਨ ਦੇ ਬੱਚੇ ਅਜਨਬੀਆਂ ਦੀ ਆਮਦ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਤਾਤਸਾਜ ਨੇ ਦੇਖਿਆ ਕਿ ਕਬੀਲਿਆਂ ਦੇ ਮੁਖੀਆਂ ਨੇ ਕਾਫਲੇ ਦੇ ਆਗੂ ਦਾ ਸਵਾਗਤ ਕੀਤਾ ਅਤੇ ਲੰਬੀ ਦੇਰ ਤੱਕ ਉਸ ਨਾਲ ਗੱਲਾਂ ਕਰਦੇ ਰਹੇ। ਪਰ ਇਸ ਸਭ ਕਾਸੇ ਨੂੰ ਤਾਤਸਾਜ ਨੂੰ ਕੋਈ ਪਰਵਾਹ ਨਹੀਂ। ਉਸਨੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੂੰ ਆਉਂਦੇ ਜਾਂਦੇ ਦੇਖਿਆ ਹੋਇਆ ਸੀ ਅਤੇ ਮਾਰੂਥਲ ਉੱਤੇ ਇਸ ਦਾ ਕੋਈ ਅਸਰ ਨਹੀਂ ਸੀ ਪੈਂਦਾ। ਉਸਨੇ ਮਾਰੂਥਲ ਦੀ ਰੇਤਾਂ ਦੇ ਬਾਦਸ਼ਾਹਾਂ ਨੂੰ ਵੀ ਅਤੇ ਮੰਗਤਿਆਂ ਨੂੰ ਵੀ ਚਲਦੇ ਹੋਏ ਦੇਖਿਆ ਸੀ। ਹਵਾ ਕਾਰਨ ਟਿੱਬਿਆਂ ਦਾ ਆਕਾਰ ਲਗਾਤਾਰ ਵੱਧਦਾ ਘਟਦਾ ਰਹਿੰਦਾ ਸੀ। ਫਿਰ ਵੀ ਇਹ ਸਾਰੀ ਦੀ ਸਾਰੀ ਰੇਤਾ ਉਹੀ ਸੀ ਜਿਸਨੂੰ ਉਹ ਬਚਪਨ ਤੋਂ ਜਾਣਦਾ ਆ ਰਿਹਾ ਸੀ। ਉਸਨੂੰ ਲੋਕਾਂ ਦੀ ਖੁਸ਼ੀ ਵਿੱਚ ਸਦਾ ਹੀ ਬਹੁਤ ਆਨੰਦ ਆਉਂਦਾ ਸੀ, ਜਿਹੜੀ ਉਹਨਾਂ ਨੂੰ ਕਈ ਹਫ਼ਤਿਆਂ ਤੱਕ ਪੀਲੀ ਰੇਤਾ ਅਤੇ ਨੀਲੇ ਅਸਮਾਨ ਦੇ ਰੰਗਾਂ ਨੂੰ ਭੁਗਤਣ ਤੋਂ ਬਾਅਦ ਖਜੂਰ ਦੇ ਦਰਖਤਾਂ ਦੀ ਹਰਿਆਲੀ ਨੂੰ ਦੇਖ ਕੇ ਹਾਸਿਲ ਹੁੰਦੀ ਸੀ। ਉਸਨੇ ਸੋਚਿਆ ਕਿ ਖਬਰੇ ਅੱਲਾ ਨੇ ਮਾਰੂਥਲ ਇਸ ਲਈ ਬਣਾਇਆ ਹੈ ਤਾਂ ਕਿ ਮਨੁੱਖ ਖਜੂਰ ਦੇ ਦਰਖਤਾਂ ਦੀ ਸਰਾਹਨਾ ਕਰ ਸਕੇ। ਉਸਨੇ ਫੈਸਲਾ ਕੀਤਾ ਕਿ ਉਹ ਹੋਰ ਮਸਲਿਆਂ ਵੱਲ ਧਿਆਨ ਦੇਵੇਗਾ। ਉਹ ਜਾਣਦਾ ਸੀ ਕਿ ਕਾਫਲੇ ਵਿੱਚ ਇੱਕ ਆਦਮੀ ਸੀ ਜਿਸਨੂੰ ਉਹ ਆਪਣੇ ਕੁਝ ਭੇਦ ਸਿਖਾਏਗਾ। ਨਿਸ਼ਾਨੀਆਂ ਨੇ ਉਸਨੂੰ ਇਹ ਗੱਲ ਦੱਸੀ ਹੋਈ ਸੀ। ਉਹ ਹਾਲੇ ਉਸ ਆਦਮੀ ਨੂੰ ਜਾਣਦਾ ਨਹੀਂ ਸੀ, ਪਰ ਉਸਦੀ ਸਦੀ ਹੋਈ ਅੱਖ ਉਸਨੂੰ ਦੇਖਦੇ ਸਾਰ ਹੀ ਪਛਾਣ ਲਵੇਗੀ। ਅੰਦਰੋਂ ਹੀ ਅੰਦਰੋਂ ਉਹ ਆਸ ਕਰ ਰਿਹਾ ਸੀ ਕਿ ਨਵਾਂ ਆਉਣ ਵਾਲਾ ਵੀ ਉਸਦੇ ਪਹਿਲੇ ਸ਼ਿਸ਼ ਵਰਗਾ ਹੀ ਯੋਗ ਹੋਵੇ। ਉਸਨੇ ਸੋਚਿਆ, ਮੈਨੂੰ ਨਹੀਂ ਪਤਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਸ਼ਬਦ ਰਾਹੀਂ ਹੀ ਕਿਉਂ ਦੱਸਣਾ ਪੈਂਦਾ ਹੈ। ਅਸਲ ਵਿੱਚ ਤਾਂ ਇਹ ਕੋਈ ਭੇਦ ਨਹੀਂ ਸਨ। ਅੱਲਾ ਤਾਂ ਆਪਣੇ ਭੇਦ ਸਾਰੇ ਆਸਾਨੀ ਨਾਲ ਦੱਸ ਦਿੰਦਾ ਹੈ। ਇਸ ਗੱਲ ਦੀ ਉਹ ਇੱਕੋ ਤਰ੍ਹਾਂ ਵਿਆਖਿਆ ਕਰ ਸਕਦਾ ਸੀ। ਗੱਲਾਂ ਦਾ ਸੰਚਾਰ ਇਸ ਤਰੀਕੇ ਨਾਲ ਇਸ ਲਈ ਕਰਨਾ ਪੈਂਦਾ ਸੀ ਕਿਉਂਕਿ ਇਹ ਸ਼ੁੱਧ ਜੀਵਨ ਵਿੱਚੋਂ ਉਸਰੀਆਂ ਹੋਈਆਂ ਸਨ ਅਤੇ ਇਸ ਕਿਸਮਤ ਦੀ ਜ਼ਿੰਦਗੀ ਨੂੰ ਤਸਵੀਰਾਂ ਜਾਂ ਲਿਖਤੀ ਸ਼ਬਦਾਂ ਵਿੱਚ ਬਿਆਨ ਨਹੀਂ ਸੀ ਕੀਤਾ ਜਾ ਸਕਦਾ। ਕਿਉਂਕਿ ਲੋਕ ਤਸਵੀਰਾਂ ਅਤੇ ਲਿਖੇ ਹੋਏ ਸ਼ਬਦਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ, ਇਸੇ ਕਰਕੇ ਉਹ ਸੰਸਾਰ ਦੀ ਭਾਸ਼ਾ ਨੂੰ ਭੁੱਲ ਜਾਂਦੇ ਹਨ। ਮੁੰਡੇ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ।
ਭੂਗੋਲ ਦੀਆਂ ਕਿਤਾਬਾਂ ਵਿੱਚ ਉਸਨੇ ਜਿਹੜੇ ਨਖਲਿਸਤਾਨ ਦੇਖੇ ਸਨ ਉਹਨਾਂ ਵਿੱਚੋਂ ਇੱਕ ਖੁਦ ਵਾਲੇ ਖਜੂਰ ਦੇ ਕੁਝ ਦਰਖਤ ਦਿਖਾਈ ਦਿੰਦੇ ਹਨ, ਪਰ ਇਹ ਤਾਂ ਸਪੇਨ ਦੇ ਕਈ ਸ਼ਹਿਰਾਂ ਨਾਲੋਂ ਵੀ ਵੱਡੇ ਸਨ। ਇਸ ਵਿੱਚ 300 ਖੂਹ, 50,000 ਖਜੂਰ ਦੇ ਦਰਖਤ ਅਤੇ ਇਹਨਾਂ ਵਿੱਚ ਲੱਗੇ ਹੋਏ ਅਣਗਿਣਤ ਰੰਗ ਬਿਰੰਗੇ ਤੰਬੂ ਮੌਜੂਦ ਸਨ। ਅੰਗਰੇਜ਼ ਨੇ ਕਿਹਾ, ਇਹ ਤਾਂ 1001 ਰਾਤਾਂ ਵਰਗਾ ਲੱਗਦਾ ਹੈ। ਉਹ ਤਾਂ ਤਾਤਸਾਜ ਨੂੰ ਮਿਲਣ ਲਈ ਬਹੁਤ ਕਾਹਲਾ ਸੀ। ਬੱਚਿਆਂ ਨੇ ਉਹਨਾਂ ਦੁਆਲੇ ਘੇਰਾ ਪਾ ਲਿਆ ਸੀ ਕਿਉਂਕਿ ਉਹ ਨਵੇਂ ਆਉਣ ਵਾਲੇ ਜਾਨਵਰਾਂ ਅਤੇ ਲੋਕਾਂ ਨੂੰ ਦੇਖਣ ਲਈ ਉਤਸੁਕ ਸਨ। ਨਖਲਿਸਤਾਨ ਦੇ ਲੋਕ ਇਹ ਜਾਣਨਾ ਚਾਹੁੰਦੇ ਸਨ ਕਿ ਕਾਫਲੇ ਵਾਲਿਆਂ ਕਿਤੇ ਲੜਾਈ ਹੁੰਦੀ ਤਾਂ ਨਹੀਂ ਦੇਖੀ। ਔਰਤਾਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਵਪਾਰੀਆਂ ਵੱਲੋਂ ਲਿਆਂਦੇ ਹੋਏ ਕੱਪੜਿਆਂ ਤੇ ਕੀਮਤੀ ਪੱਥਰਾਂ ਨੂੰ ਜਾਂਚ ਰਹੀਆਂ ਸਨ। ਮਾਰੂਥਲ ਦੀ ਚੁੱਪ ਇੱਕ ਦੂਰ ਦਾ ਸੁਪਨਾ ਹੋ ਗਈ ਸੀ। ਕਾਫਲੇ ਦੇ ਮੁਸਾਫਿਰ ਲਗਾਤਾਰ ਬੋਲਦੇ, ਹੱਸਦੇ ਅਤੇ ਚੀਖਦੇ ਜਾ ਰਹੇ ਸਨ, ਜਿਵੇਂ ਉਹ ਇੱਕ ਅਧਿਆਤਮਕ ਸੰਸਾਰ ਵਿੱਚੋਂ ਨਿਕਲ ਆਏ ਹੋਣ ਅਤੇ ਉਹਨਾਂ ਨੂੰ ਇੱਕ ਵਾਰ ਫਿਰ ਆਮ ਲੋਕਾਂ ਦਾ ਸੰਸਾਰ ਲੱਭ ਪਿਆ ਹੋਵੇ। ਉਹ ਬੜੇ ਖੁਸ਼ ਅਤੇ ਸੌਖੇ ਸਨ। ਮਾਰੂਥਲ ਵਿੱਚ ਉਹ ਸੰਭਲ ਕੇ ਚੱਲਦੇ ਰਹੇ ਸਨ, ਪਰ ਊਠ ਵਾਲੇ ਨੇ ਮੁੰਡੇ ਨੂੰ ਦੱਸਿਆ ਕਿ ਮਾਰੂਥਲ ਨੂੰ ਸਦਾ ਹੀ ਸਾਂਝਾ ਇਲਾਕਾ ਸਮਝਿਆ ਜਾਂਦਾ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਇੱਥੇ ਰਹਿਣ ਵਾਲਿਆਂ ਵਿੱਚ ਔਰਤਾਂ ਤੇ ਬੱਚੇ ਬਹੁਤੇ ਹੁੰਦੇ ਹਨ। ਸਾਰੇ ਮਾਰੂਥਲ ਵਿੱਚ ਬਹੁਤ ਸਾਰੇ ਨਖਲਿਸਤਾਨ ਹਨ, ਪਰ ਕਬੀਲਿਆਂ ਦੀ ਲੜਾਈ ਹਮੇਸ਼ਾ ਹੀ ਮਾਰੂਥਲ ਵਿੱਚ ਹੁੰਦੀ ਹੈ ਅਤੇ ਨਖਲਿਸਤਾਨਾਂ ਨੂੰ ਲੜਾਈ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਕਾਫੀ ਯਤਨਾਂ ਬਾਅਦ ਕਾਫਲੇ ਦੇ ਆਗੂ ਨੇ ਆਪਣੇ ਬੰਦਿਆਂ ਨੂੰ ਇਕੱਠਿਆਂ ਕੀਤਾ ਤੇ ਹਦਾਇਤਾਂ ਦਿੱਤੀਆਂ। ਇਹਨਾਂ ਲੋਕਾਂ ਨੇ ਉਦੋਂ ਤੱਕ ਨਖਲਿਸਤਾਨ ਵਿੱਚ ਰਹਿਣਾ ਸੀ ਜਦੋਂ ਤੱਕ ਕਬੀਲਿਆਂ ਵਿਚਾਲੇ ਲੜਾਈ ਮੁੱਕ ਨਹੀਂ ਜਾਂਦੀ। ਕਿਉਂਕਿ ਉਹ ਮਹਿਮਾਨ ਸਨ, ਇਸ ਲਈ ਉਹਨਾਂ ਨੂੰ ਪਹਿਲਾਂ ਤੋਂ ਇੱਥੇ ਰਹਿਣ ਵਾਲੇ ਲੋਕਾਂ ਨਾਲ ਥਾਂ ਸਾਂਝੀ ਕਰਨੀ ਪਵੇਗੀ ਅਤੇ ਉਹਨਾਂ ਨੂੰ ਰਿਹਾਇਸ਼ ਲਈ ਬਿਹਤਰੀਨ ਥਾਂ ਦਿੱਤੀ ਜਾਵੇਗੀ। ਮਹਿਮਾਨ ਨਿਵਾਜੀ ਦਾ ਇਹੋ ਹੀ ਅਸੂਲ ਸੀ, ਪਰ ਉਸਨੇ ਆਪਣੇ ਸੰਤਰੀਆਂ ਸਮੇਤ ਸਭ ਲੋਕਾਂ ਨੂੰ ਕਿਹਾ ਸੀ ਕਿ ਉਹ ਸਭ ਆਪੋ ਆਪਣੇ ਹਥਿਆਰ ਕਬੀਲਿਆਂ ਦੇ ਮੁਖੀਆਂ ਵੱਲੋਂ ਭੇਜਿਆ ਬੰਦਿਆਂ ਦੇ ਹਵਾਲੇ ਕਰ ਦੇਣ। ਆਗੂ ਨੇ ਦੱਸਿਆ, ਇਹ ਜੰਗ ਦੇ ਕਾਨੂੰਨ ਹਨ। ਨਖਲਿਸਤਾਨ ਵਿੱਚ ਫੌਜਾਂ ਜਾਂ ਸੈਨਿਕਾਂ ਨੂੰ ਸ਼ਰਨ ਨਹੀਂ ਦਿੱਤੀ ਜਾਂਦੀ। ਮੁੰਡੇ ਨੇ ਹੈਰਾਨੀ ਨਾਲ ਦੇਖਿਆ ਕਿ ਅੰਗਰੇਜ਼ ਨੇ ਚਾਂਦੀ ਰੰਗਾ ਇੱਕ ਰਿਵਾਲਵਰ ਆਪਣੇ ਝੋਲੇ ਵਿੱਚੋਂ ਕੱਢਿਆ ਅਤੇ ਹਥਿਆਰ ਇਕੱਠੇ ਕਰਨ ਆਏ ਲੋਕਾਂ ਵਿੱਚ ਦੇ ਹਵਾਲੇ ਕਰ ਦਿੱਤਾ। ਉਹ ਪੁੱਛਣ ਲੱਗਾ, ਰਿਵਾਲਵਰ ਕਿਉਂ ਰੱਖਿਆ? ਇਸ ਨਾਲ ਮੈਨੂੰ ਲੋਕਾਂ ਤੇ ਭਰੋਸਾ ਕਰਨ ਵਿੱਚ ਮਦਦ ਮਿਲਦੀ ਹੈ, ਅੰਗਰੇਜ਼ ਨੇ ਜਵਾਬ ਦਿੱਤਾ। ਨਾਲ ਦੀ ਨਾਲ ਮੁੰਡੇ ਨੇ ਆਪਣੇ ਖਜ਼ਾਨੇ ਬਾਰੇ ਸੋਚਿਆ। ਆਪਣੇ ਸੁਪਨੇ ਦੀ ਪੂਰਤੀ ਦੇ ਉਹ ਜਿੰਨਾ ਨੇੜੇ ਪਹੁੰਚ ਗਿਆ ਸੀ, ਉਨੀਆਂ ਹੀ ਵੱਧ ਮੁਸ਼ਕਿਲਾਂ ਉਸਨੂੰ ਪੇਸ਼ ਆ ਰਹੀਆਂ ਸਨ। ਇਹ ਲੱਗਦਾ ਸੀ ਕਿ ਬੁੱਢੇ ਬਾਦਸ਼ਾਹ ਨੇ ਸ਼ੁਰੂਆਤੀ ਕਿਸਮਤ ਦੀ ਜਿਹੜੀ ਗੱਲ ਕੀਤੀ ਸੀ ਉਹ ਹੁਣ ਲਾਗੂ ਨਹੀਂ ਸੀ ਹੋ ਰਹੀ। ਆਪਣੇ ਸੁਪਨੇ ਦੀ ਪੂਰਤੀ ਕਰਨ ਲਈ ਉਸਨੂੰ ਆਪਣੇ ਸਬਰ ਅਤੇ ਹੌਸਲੇ ਦੇ ਲਗਾਤਾਰ ਇਮਤਿਹਾਨ ਦੇਣਾ ਪੈ ਰਿਹਾ ਸੀ। ਇਸ ਲਈ ਨਾ ਤਾਂ ਉਸਨੂੰ ਕਾਹਲੀ ਕਰਨੀ ਚਾਹੀਦੀ ਸੀ ਅਤੇ ਨਾ ਹੀ ਬੇਸਬਰੀ। ਜੇ ਉਸਨੇ ਕਾਹਲੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਰਸਤੇ ਵਿੱਚ ਈਸ਼ਵਰ ਵੱਲੋਂ ਛੱਡੀਆਂ ਗਈਆਂ ਨਿਸ਼ਾਨੀਆਂ ਅਤੇ ਸ਼ਗਨਾਂ ਨੂੰ ਨਹੀਂ ਦੇਖ ਸਕੇਗਾ। ਇਹਨਾਂ ਨਿਸ਼ਾਨੀਆਂ ਨੂੰ ਈਸ਼ਵਰ ਹੀ ਰਸਤੇ ਵਿੱਚ ਰੱਖਦਾ ਸੀ। ਇਸ ਸੋਚ ਨਾਲ ਉਹ ਆਪਣੇ ਆਪ ਹੀ ਹੈਰਾਨ ਰਹਿ ਗਿਆ। ਹੁਣ ਤੱਕ ਉਹ ਇਹਨਾਂ ਨਿਸ਼ਾਨੀਆਂ ਨੂੰ ਇਸ ਸੰਸਾਰ ਦੀ ਨਿਸ਼ਾਨੀਆਂ ਸਮਝਦਾ ਰਿਹਾ ਸੀ, ਜਿਵੇਂ ਖਾਣਾ ਜਾਂ ਸੌਣਾ ਜਾਂ ਪਿਆਰ ਕਰਨਾ ਜਾਂ ਫਿਰ ਕੰਮ ਲੱਭਣਾ। ਉਸਨੇ ਕਦੇ ਵੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਸੋਚਿਆ ਕਿ ਇਹ ਈਸ਼ਵਰ ਵੱਲੋਂ ਵਰਤੀ ਜਾਂਦੀ ਉਹ ਭਾਸ਼ਾ ਹੈ ਜਿਸ ਰਾਹੀਂ ਉਹ ਮਨੁੱਖਾਂ ਨੂੰ ਦੱਸਦਾ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹਨੇ ਆਪਣੇ ਆਪ ਕੋਲ ਹੀ ਦੁਹਰਾਇਆ, ਬੇਸਬਰਾ ਨਾ ਹੋ। ਊਠ ਵਾਲੇ ਨੇ ਠੀਕ ਹੀ ਕਿਹਾ ਸੀ ਕਿ ਜਦੋਂ ਖਾਣੇ ਦਾ ਸਮਾਂ ਹੋਵੇ ਉਦੋਂ ਹੀ ਖਾਣਾ ਚਾਹੀਦਾ ਹੈ ਤੇ ਜਦੋਂ ਅੱਗੇ ਵਧਣ ਦਾ ਸਮਾਂ ਹੋਵੇ ਉਦੋਂ ਹੀ ਅੱਗੇ ਵਧਣਾ ਚਾਹੀਦਾ ਹੈ। ਪਹਿਲੇ ਦਿਨ ਅੰਗਰੇਜ਼ ਸਣੇ ਸਭ ਲੋਕ ਥਕਾਵਟ ਕਾਰਨ ਗਹਿਰੀ ਨੀਂਦ ਸੁੱਤੇ। ਮੁੰਡੇ ਨੂੰ ਆਪਣੇ ਮਿੱਤਰ ਤੋਂ ਕਾਫੀ ਦੂਰ ਇੱਕ ਐਸੇ ਤੰਬੂ ਵਿੱਚ ਥਾਂ ਦਿੱਤੀ ਗਈ ਸੀ ਜਿਸ ਵਿੱਚ ਉਸਦੀ ਆਪਣੀ ਉਮਰ ਦੇ 5 ਹੋਰ ਨੌਜਵਾਨ ਵੀ ਸਨ। ਉਹ ਸਾਰੇ ਦੇ ਸਾਰੇ ਮਾਰੂਥਲ ਦੇ ਵਸਨੀਕ ਸਨ ਅਤੇ ਉਹ ਵੱਡੇ ਸ਼ਹਿਰਾਂ ਦੀਆਂ ਕਹਾਣੀਆਂ ਸੁਣਨਾ ਚਾਹੁੰਦੇ ਸਨ। ਮੁੰਡੇ ਨੇ ਉਹਨਾਂ ਨੂੰ ਆਪਣੇ ਆਜੜੀ ਦੇ ਦਿਨਾਂ ਬਾਰੇ ਦੱਸਿਆ ਅਤੇ ਉਹ ਹਾਲੇ ਕ੍ਰਿਸਟਲ ਦੀ ਦੁਕਾਨ ਵਿੱਚ ਹਾਸਿਲ ਕੀਤੇ ਆਪਣੇ ਤਜਰਬੇ ਦੱਸਣ ਹੀ ਲੱਗਾ ਸੀ ਕਿ ਅੰਗਰੇਜ਼ ਤੰਬੂ ਵਿੱਚ ਦਾਖਲ ਹੋ ਗਿਆ। ਉਸਨੇ ਮੁੰਡੇ ਨੂੰ ਆਪਣੇ ਨਾਲ ਲਿਆ ਅਤੇ ਬਾਹਰ ਜਾਂਦੇ ਹੋਏ ਕਹਿਣ ਲੱਗਾ, ਮੈਂ ਤਾਂ ਸਵੇਰ ਤੋਂ ਤੈਨੂੰ ਲੱਭਦਾ ਫਿਰਦਾ। ਮੈਨੂੰ ਇਹ ਪਤਾ ਕਰਨ ਲਈ ਤੇਰੀ ਮਦਦ ਚਾਹੀਦੀ ਹੈ ਕਿ ਤਾਤਸਾਜ ਕਿੱਥੇ ਰਹਿੰਦਾ। ਪਹਿਲਾਂ ਉਹਨਾਂ ਨੇ ਆਪਣੇ ਹੀ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਲੱਗਦਾ ਸੀ ਕਿ ਤਾਤਸਾਜ ਦਾ ਰਹਿਣ ਸਹਿਣ ਨਖਲਿਸਤਾਨ ਵਿੱਚ ਰਹਿਣ ਵਾਲੇ ਬਾਕੀ ਦੇ ਲੋਕਾਂ ਨਾਲੋਂ ਅਲੱਗ ਹੀ ਹੋਏਗਾ ਅਤੇ ਇਹ ਵੀ ਹੋ ਸਕਦਾ ਹੈ ਕਿ ਉਸਦੇ ਤੰਬੂ ਵਿੱਚ ਲਗਾਤਾਰ ਭੱਠੀ ਤਪਦੀ ਹੋਵੇ। ਉਹ ਹਰ ਥਾਂ ਭਾਲ ਕੀਤੀ, ਦੇਖਿਆ ਕਿ ਨਖਲਿਸਤਾਨ ਉਹਨਾਂ ਦੀ ਕਲਪਨਾ ਤੋਂ ਕਿਤੇ ਜ਼ਿਆਦਾ ਵੱਡਾ ਸੀ। ਇਸ ਵਿੱਚ ਸੈਂਕੜੇ ਹੀ ਤੰਬੂ ਲੱਗੇ ਹੋਏ ਸਨ। ਅਸੀਂ ਲਗਭਗ ਸਾਰਾ ਦਿਨ ਹੀ ਬਰਬਾਦ ਕਰ ਦਿੱਤਾ ਹੈ। ਇੱਕ ਖੂਹ ਦੇ ਨੇੜੇ ਬੈਠਦੇ ਹੋਏ ਅੰਗਰੇਜ਼ ਨੇ ਮੁੰਡੇ ਨੂੰ ਕਿਹਾ, ਅਸੀਂ ਕਿਸੇ ਨੂੰ ਪੁੱਛ ਹੀ ਨਾ ਲਈਏ। ਮੁੰਡੇ ਨੇ ਸਲਾਹ ਦਿੱਤੀ। ਅੰਗਰੇਜ਼ ਨਹੀਂ ਸੀ ਚਾਹੁੰਦਾ ਕਿ ਹੋਰਾਂ ਨੂੰ ਇਹ ਪਤਾ ਲੱਗੇ ਕਿ ਉਹ ਨਖਲਿਸਤਾਨ ਵਿੱਚ ਕਿਉਂ ਆਇਆ ਸੀ, ਇਸ ਲਈ ਉਹ ਕੋਈ ਫੈਸਲਾ ਨਹੀਂ ਸੀ ਕਰ ਪਾ ਰਿਹਾ। ਆਖਿਰਕਾਰ ਉਹ ਸਹਿਮਤ ਹੋ ਗਿਆ ਕਿ ਇਹ ਕੰਮ ਮੁੰਡਾ ਹੀ ਕਰੇ ਕਿਉਂਕਿ ਉਹ ਬਿਹਤਰ ਅਰਬੀ ਬੋਲ ਸਕਦਾ ਸੀ। ਮੁੰਡੇ ਨੇ ਖੂਹ ਤੇ ਪਾਣੀ ਭਰਨ ਆਈ ਇੱਕ ਔਰਤ ਨੂੰ ਪੁੱਛਿਆ ਜਿਹੜੀ ਕਿ ਮਸ਼ਕ ਵਿੱਚ ਪਾਣੀ ਭਰ ਰਹੀ ਸੀ, ਸਲਾਮ ਅਲੈਕਮ ਮੈਡਮ, ਮੈਂ ਪਤਾ ਕਰਨਾ ਚਾਹੁੰਦਾ ਹਾਂ ਕਿ ਨਖਲਿਸਤਾਨ ਵਿੱਚ ਤਾਤਸਾਜ ਕਿੱਥੇ ਰਹਿੰਦਾ ਹੈ। ਔਰਤ ਨੇ ਕਿਹਾ ਕਿ ਉਸਨੇ ਅੱਜ ਤੱਕ ਕਦੇ ਵੀ ਐਸੇ ਬੰਦੇ ਬਾਰੇ ਨਹੀਂ ਸੁਣਿਆ ਅਤੇ ਉਹ ਕਾਲੀ ਕਾਲੀ ਵਾਪਸ ਚਲੀ ਗਈ। ਪਰ ਜਾਣ ਤੋਂ ਪਹਿਲਾਂ ਉਹਨੇ ਮੁੰਡੇ ਨੂੰ ਸਲਾਹ ਦਿੱਤੀ ਕਿ ਉਹ ਕਾਲੇ ਕੱਪੜਿਆਂ ਵਾਲੀਆਂ ਔਰਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਸ਼ਾਦੀशुदा ਔਰਤਾਂ ਹਨ। ਉਸਨੂੰ ਰਵਾਇਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅੰਗਰੇਜ਼ ਬੜਾ ਨਿਰਾਸ਼ ਹੋਇਆ। ਇੰਜ ਲੱਗਣ ਲੱਗਾ ਜਿਵੇਂ ਉਸਨੇ ਬਿਨਾਂ ਮਤਲਬ ਦੇ ਹੀ ਇਹਨਾਂ ਲੰਬਾ ਸਫ਼ਰ ਕੀਤਾ ਸੀ।
ਮੁੰਡਾ ਵੀ ਨਿਰਾਸ਼ ਹੋ ਗਿਆ ਕਿਉਂਕਿ ਉਸਦੇ ਦੋਸਤ ਆਪਣੀ ਹੋਣੀ ਦੀ ਭਾਲ ਕਰ ਰਿਹਾ ਸੀ ਅਤੇ ਜਦੋਂ ਕੋਈ ਬੰਦਾ ਇਸ ਤਰ੍ਹਾਂ ਆਪਣੀ ਹੋਣੀ ਦੀ ਭਾਲ ਕਰ ਰਿਹਾ ਹੋਵੇ ਤਾਂ ਸਮੁੱਚੀ ਕਾਇਨਾਤ ਹੀ ਉਸਦੀ ਮਦਦ ਕਰਨ ਦਾ ਯਤਨ ਕਰਦੀ ਹੈ। ਇਹ ਗੱਲ ਬਜ਼ੁਰਗ ਬਾਦਸ਼ਾਹ ਨੇ ਕਹੀ ਸੀ, ਉਹ ਗਲਤ ਨਹੀਂ ਸੀ ਕਹਿ ਸਕਦਾ। ਮੁੰਡੇ ਨੇ ਕਿਹਾ, ਮੈਂ ਵੀ ਪਹਿਲਾਂ ਕਦੇ ਤਾਜ ਸੱਜਾ ਬਾਰੇ ਨਹੀਂ ਸੀ ਸੁਣਿਆ, ਹੋ ਸਕਦਾ ਹੈ ਕਿ ਇੱਥੋਂ ਦੇ ਲੋਕਾਂ ਨੇ ਵੀ ਨਾ ਸੁਣਿਆ ਹੋਵੇ। ਅੰਗਰੇਜ਼ ਦੀਆਂ ਅੱਖਾਂ ਵਿੱਚ ਚਮਕ ਆ ਗਈ। ਬਿਲਕੁਲ ਠੀਕ, ਖਬਰੇ ਕਿਸੇ ਨੂੰ ਪਤਾ ਹੀ ਨਹੀਂ ਕਿ ਤਾਜ ਸੱਚ ਕੌਣ ਹੁੰਦਾ ਹੈ। ਤੂੰ ਇਹ ਪਤਾ ਕਰ ਕਿ ਇੱਥੇ ਬਿਮਾਰ ਲੋਕਾਂ ਨੂੰ ਠੀਕ ਕੌਣ ਕਰਦਾ ਹੈ। ਕਾਲੇ ਕੱਪੜਿਆਂ ਵਾਲੀਆਂ ਬਹੁਤ ਸਾਰੀਆਂ ਔਰਤਾਂ ਪਾਣੀ ਲੈਣ ਖੂਹ ਤੇ ਆਈਆਂ, ਪਰ ਅੰਗਰੇਜ਼ ਦੇ ਵਾਰ-ਵਾਰ ਕਹਿਣ ਤੇ ਵੀ ਮੁੰਡੇ ਨੇ ਉਹਨਾਂ ਵਿੱਚੋਂ ਕਿਸੇ ਨਾਲ ਗੱਲ ਨਾ ਕੀਤੀ। ਉਸ ਤੋਂ ਬਾਅਦ ਇੱਕ ਬੰਦਾ ਆਇਆ। ਮੁੰਡੇ ਨੇ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਲੋਕਾਂ ਦੀ ਬਿਮਾਰੀਆਂ ਕੌਣ ਠੀਕ ਕਰਦਾ ਹੈ। ਉਹ ਬੰਦਾ ਸਪਸ਼ਟ ਤੌਰ ਤੇ ਅਜਨਬੀਆਂ ਤੋਂ ਡਰ ਗਿਆ ਮਹਿਸੂਸ ਹੁੰਦਾ ਸੀ ਅਤੇ ਉਸਨੇ ਕਿਹਾ, ਸਾਰੀਆਂ ਬਿਮਾਰੀਆਂ ਤਾਂ ਅੱਲਾ ਦੂਰ ਕਰਦਾ ਹੈ, ਤੁਸੀਂ ਓਝੇ ਦੀ ਭਾਲ ਕਰ ਰਹੇ ਹੋ। ਉਹਨੇ ਕੁਰਾਨ ਵਿੱਚ ਕੁਝ ਆਇਤਾਂ ਪੜ੍ਹੀਆਂ ਤੇ ਚਲਾ ਗਿਆ। ਉਹ ਬੰਦਾ ਸਪਸ਼ਟ ਤੌਰ ਤੇ ਅਜਨਬੀਆਂ ਤੋਂ ਡਰ ਗਿਆ ਮਹਿਸੂਸ ਹੁੰਦਾ ਸੀ। ਹੋਰ ਆਦਮੀ ਉਹਨਾਂ ਦੇ ਨੇੜੇ ਆਇਆ। ਉਹ ਵਡੇਰੀ ਉਮਰ ਦਾ ਸੀ। ਉਸਨੇ ਛੋਟੀ ਜਿਹੀ ਟੋਕਰੀ ਚੁੱਕੀ ਹੋਈ ਸੀ। ਮੁੰਡੇ ਨੇ ਇਸ ਤੋਂ ਵੀ ਇਹੀ ਸਵਾਲ ਪੁੱਛਿਆ, ਤੁਸੀਂ ਇਸ ਤਰ੍ਹਾਂ ਦੇ ਆਦਮੀ ਨੂੰ ਕਿਉਂ ਲੱਭਣਾ ਚਾਹੁੰਦੇ ਹੋ? ਅਰਬ ਨੇ ਪੁੱਛਿਆ। ਮੁੰਡੇ ਨੇ ਜਵਾਬ ਦਿੱਤਾ, ਕਿਉਂਕਿ ਮੇਰੇ ਇਸ ਮਿੱਤਰ ਨੇ ਅਜਿਹੇ ਬੰਦੇ ਨੂੰ ਮਿਲਣ ਲਈ ਇੱਕ ਕਈ ਮਹੀਨੇ ਦੀ ਯਾਤਰਾ ਕੀਤੀ ਹੈ। ਕੁਝ ਪਲ ਸੋਚਣ ਤੋਂ ਬਾਅਦ ਉਸ ਵਡੇਰੀ ਉਮਰ ਦੇ ਆਦਮੀ ਨੇ ਕਿਹਾ, ਜੇ ਨਕਲੀਸਤਾਨ ਵਿੱਚ ਇਸ ਤਰ੍ਹਾਂ ਦਾ ਕੋਈ ਬੰਦਾ ਹੋਵੇ ਤਾਂ ਉਹ ਬਹੁਤ ਤਾਕਤਵਰ ਹੋਣਾ ਚਾਹੀਦਾ ਹੈ। ਕਬੀਲੇ ਦੇ ਮੁਖੀ ਵੀ ਜਦੋਂ ਚਾਹਣ ਉਸਨੂੰ ਆਪਣੀ ਮਰਜ਼ੀ ਨਾਲ ਮਿਲ ਨਹੀਂ ਸਕਦੇ, ਸਿਰਫ ਉਦੋਂ ਹੀ ਮਿਲ ਸਕਦੇ ਹਨ ਜਦੋਂ ਉਹ ਹਾਂ ਕਰੇ। ਤੁਹਾਨੂੰ ਜੰਗ ਦੇ ਖਤਮ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ, ਫਿਰ ਕਾਫਲੇ ਦੇ ਨਾਲ ਹੀ ਰਵਾਨਾ ਹੋ ਜਾਣਾ, ਨਕਲੀਸਤਾਨ ਦੀ ਜ਼ਿੰਦਗੀ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰਨਾ। ਅਤੇ ਫਿਰ ਉਹ ਚਲਾ ਗਿਆ। ਪਰ ਅੰਗਰੇਜ਼ ਬੜਾ ਖੁਸ਼ ਸੀ। ਉਹ ਸਹੀ ਰਸਤੇ ਤੇ ਚੱਲ ਰਹੇ ਸਨ। ਆਖਿਰਕਾਰ ਇੱਕ ਜਵਾਨ ਔਰਤ ਆਈ ਜਿਸਨੇ ਕਾਲੇ ਕੱਪੜੇ ਨਹੀਂ ਸਨ ਪਹਿਨੇ ਹੋਏ। ਉਸਦੇ ਮੋਢੇ ਤੇ ਇੱਕ ਬਰਤਨ ਰੱਖਿਆ ਹੋਇਆ ਸੀ। ਉਸਦਾ ਸਿਰ ਇੱਕ ਕੱਪੜੇ ਨਾਲ ਢੱਕਿਆ ਹੋਇਆ ਸੀ, ਪਰ ਉਸਦਾ ਚਿਹਰਾ ਨੰਗਾ ਸੀ। ਮੁੰਡਾ ਤਾਜ ਸੱਜ ਬਾਰੇ ਪੁੱਛਣ ਲਈ ਉਸ ਵੱਲ ਵਧਿਆ। ਉਸੇ ਪਲ ਉਸਨੂੰ ਮਹਿਸੂਸ ਹੋਇਆ ਕਿ ਜਿਵੇਂ ਸਮਾਂ ਖੜ ਗਿਆ ਹੋਵੇ ਅਤੇ ਸੰਸਾਰ ਦੀ ਆਤਮਾ ਉਸਦੇ ਅੰਦਰ ਛੱਲਾਂ ਵਾਂਗ ਉੱਠਦੀ ਹੋਵੇ। ਜਦੋਂ ਉਸਨੇ ਕੁੜੀ ਦੀ ਕਾਲੀਆਂ ਅੱਖਾਂ ਵਿੱਚ ਝਾਕਿਆ ਤੇ ਦੇਖਿਆ ਕਿ ਉਹਦੇ ਬੁੱਲ੍ਹਾਂ ਤੇ ਆਏ ਹੋਏ ਭਾਵ ਹਾਸੇ ਦੇ ਚੁੱਪ ਦੇ ਵਿਚਕਾਰ ਕਿਤੇ ਟਿਕੇ ਹੋਏ, ਤਾਂ ਉਸਨੂੰ ਸੰਸਾਰ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪਤਾ ਲੱਗਾ। ਇਹ ਐਸੀ ਭਾਸ਼ਾ ਸੀ ਜਿਹੜੀ ਧਰਤੀ ਦਾ ਹਰ ਬਸ਼ਿੰਦਾ ਆਪਣੇ ਦਿਲਾਂ ਵਿੱਚ ਸਮਝਣ ਦੇ ਸਮਰੱਥ ਸੀ। ਇਹ ਇਸ਼ਕ ਸੀ। ਇਹ ਮਨੁੱਖਤਾ ਤੋਂ ਵੀ ਪੁਰਾਣਾ ਸੀ ਅਤੇ ਮਾਰੂਥਲ ਤੋਂ ਵੀ ਵੱਡਾ। ਇਹ ਇੱਕ ਐਸੀ ਚੀਜ਼ ਸੀ ਜਿਹੜੀ ਅੱਖਾਂ ਚਾਰ ਹੋਣ ਤੇ ਇੱਕੋ ਜਿੰਨੀ ਤੇ ਇੱਕੋ ਜਿਹੀ ਤਾਕਤ ਨਾਲ ਅਸਰ ਕਰਦੀ ਸੀ। ਐਨ ਉਸੇ ਤਰ੍ਹਾਂ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਮਿਲ ਗਈਆਂ ਸਨ। ਉਹ ਮੁਸਕਰਾਈ ਤੇ ਸੱਚਮੁੱਚ ਹੀ ਇੱਕ ਨਿਸ਼ਾਨੀ ਸੀ, ਇੱਕ ਐਸੀ ਨਿਸ਼ਾਨੀ ਜਿਸ ਦੀ ਉਸਨੂੰ ਉਡੀਕ ਸੀ। ਹਾਲਾਂਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਆਪਣੀ ਸਾਰੀ ਜ਼ਿੰਦਗੀ ਉਹ ਇਸ ਦੀ ਉਡੀਕ ਕਰ ਰਿਹਾ ਸੀ। ਇਹ ਇੱਕ ਐਸੀ ਨਿਸ਼ਾਨੀ ਸੀ ਜਿਸਨੂੰ ਉਹ ਆਪਣੀਆਂ ਭੇਡਾਂ ਵਿੱਚ ਅਤੇ ਆਪਣੀ ਕਿਤਾਬਾਂ ਵਿੱਚ ਵੀ ਨਹੀਂ, ਸਗੋਂ ਸ਼ੀਸ਼ੇ ਦੇ ਸਮਾਨ ਵਿੱਚ ਅਤੇ ਮਾਰੂਥਲ ਦੀ ਚੁੱਪ ਵਿੱਚ ਲੱਭਣ ਦਾ ਯਤਨ ਕਰ ਰਿਹਾ ਸੀ। ਇਹ ਸੰਸਾਰ ਦੀ ਸਭ ਤੋਂ ਸ਼ੁੱਧ ਭਾਸ਼ਾ ਸੀ, ਇਸ ਲਈ ਕਿਸੇ ਕਿਸਮ ਦੀ ਕੋਈ ਵਿਆਖਿਆ ਦੀ ਲੋੜ ਹੀ ਨਹੀਂ ਸੀ। ਜਿਵੇਂ ਕਿ ਇਸ ਕਾਇਨਾਤ ਨੂੰ ਅਮੁੱਕ ਸਮੇਂ ਦੇ ਅੰਦਰ ਚੱਲਦੇ ਹੋਏ ਕਿਸੇ ਕਿਸਮ ਦੀ ਵਿਆਖਿਆ ਦੀ ਲੋੜ ਨਹੀਂ। ਮੁੰਡੇ ਨੇ ਉਸ ਪਲ ਸਿਰਫ ਇਹੀ ਮਹਿਸੂਸ ਕੀਤਾ ਕਿ ਉਹ ਇਸ ਵੇਲੇ ਜ਼ਿੰਦਗੀ ਵਿਚਲੀ ਇੱਕੋ ਇੱਕ ਔਰਤ ਦੇ ਸਾਹਮਣੇ ਖੜਾ ਹੈ ਅਤੇ ਸ਼ਬਦਾਂ ਦੀ ਕੋਈ ਲੋੜ ਹੀ ਬਾਕੀ ਨਹੀਂ ਰਹੀ। ਅਤੇ ਉਸ ਕੁੜੀ ਨੇ ਵੀ ਇਸ ਗੱਲ ਨੂੰ ਪਛਾਣ ਲਿਆ। ਮੁੰਡਾ ਸੰਸਾਰ ਦੀ ਕਿਸੇ ਵੀ ਹੋਰ ਗੱਲ ਨਾਲੋਂ ਇਸ ਮਾਮਲੇ ਨੂੰ ਵਧੇਰੇ ਪੱਕਾ ਸਮਝਦਾ ਸੀ। ਉਸਨੂੰ ਉਹਦੇ ਮਾਤਾ-ਪਿਤਾ ਤੇ ਹੋਰ ਵਡੇਰਿਆਂ ਨੇ ਦੱਸਿਆ ਸੀ ਕਿ ਉਸਨੂੰ ਇਸ਼ਕ ਕਰਨਾ ਚਾਹੀਦਾ ਹੈ ਅਤੇ ਕੋਈ ਵਚਨ ਦੇਣ ਤੋਂ ਪਹਿਲਾਂ ਉਸ ਸ਼ਖਸ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ। ਪਰ ਖਬਰੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸਨ, ਉਹਨਾਂ ਨੇ ਕਦੇ ਵੀ ਸੰਸਾਰ ਦੀ ਸਰਵ ਵਿਆਪਕ ਭਾਸ਼ਾ ਨਾ ਸਿੱਖੀ ਹੋਵੇ, ਕਿਉਂਕਿ ਜਦੋਂ ਤੁਹਾਨੂੰ ਇਹ ਭਾਸ਼ਾ ਆਉਂਦੀ ਹੋਵੇ ਤਾਂ ਤੁਹਾਨੂੰ ਇਹ ਸਮਝਣਾ ਔਖਾ ਹੁੰਦਾ ਹੈ ਕਿ ਸੰਸਾਰ ਵਿੱਚ ਕੋਈ ਤੁਹਾਡੀ ਉਡੀਕ ਕਰ ਰਿਹਾ ਹੈ। ਉਹ ਭਾਵੇਂ ਕਿਸੇ ਮਾਰੂਥਲ ਦੇ ਵਿਚਕਾਰ ਵੀ ਹੋ ਸਕਦਾ ਹੈ ਜਾਂ ਕਿਸੇ ਵੱਡੇ ਸ਼ਹਿਰ ਵਿੱਚ ਵੀ। ਅਤੇ ਜਦੋਂ ਇਹੋ ਜਿਹੇ ਦੋ ਲੋਕ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ ਤਾਂ ਉਹਨਾਂ ਦੀਆਂ ਨਜ਼ਰਾਂ ਮਿਲਦੀਆਂ ਹਨ ਤਾਂ ਭੂਤਕਾਲ ਅਤੇ ਭਵਿੱਖ ਮਹੱਤਵਹੀਨ ਹੋ ਜਾਂਦੇ ਹਨ। ਸਿਰਫ ਉਹ ਪਲ ਹੀ ਬਾਕੀ ਬਚਦਾ ਹੈ ਅਤੇ ਨਾਲ ਹੀ ਇਹ ਨਾ ਸਮਝੀ ਜਾ ਸਕਣ ਵਾਲੀ ਨਿਸ਼ਚਿਤ ਧਾਰਨਾ ਕਿ ਸੂਰਜ ਹੇਠ ਵਾਪਰਨ ਵਾਲੀ ਹਰੇਕ ਚੀਜ਼ ਦਾ ਕਰਤਾ ਸਿਰਫ ਇੱਕੋ ਹੀ ਹੈ। ਇਸੇ ਕਰਤਾ ਦਾ ਹੀ ਹੱਥ ਹੈ ਜਿਹੜਾ ਪਿਆਰ ਪੈਦਾ ਕਰਦਾ ਹੈ ਅਤੇ ਸੰਸਾਰ ਦੇ ਹਰੇਕ ਪ੍ਰਾਣੀ ਲਈ ਸਾਥੀ ਪੈਦਾ ਕਰਦਾ ਹੈ। ਅਜਿਹੇ ਪਿਆਰ ਦੇ ਬਿਨਾਂ ਬੰਦੇ ਦੇ ਸੁਪਨੇ ਦਾ ਕੋਈ ਅਰਥ ਨਹੀਂ ਰਹਿੰਦਾ। ਮਕਤੂਬ, ਮੁੰਡੇ ਨੇ ਸੋਚਿਆ। ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 97843।